अंशुल होरी पूरा सच अखबार का नाम है। इन्हां दे पिता जी छत्रपति जिन्हां दा कतल किया गया सी डेरा मुखी के आदेश के उत्ते, और उसी बड़ी देर तो कवर किया, लगातार कवर किया उसनू। और ये वो परिवार है जिन्हें बहुत संताप भोगिया जिस वेले डेरा मुखी का इन्ना दबदबा सी, टैरर सी, पावर सी उहदे कोल। बड़े बड़े मंत्री जाके उहदे पैरां च विछदे सी, लेटते सी पैरां च जाके, और उन्होंने प्रोटैक्शन दी गई सी। उस वेले इन्हां दे पिता जी ने सब तो पहला आवाज़ उठाई सी, और जिहड़ी चिट्ठी उन्होंने छापी सी साधवियां दी, जिथों सारी अक्सर च गलबात शुरू हुई सी। इस परिवार ने बड़ी लंबी लड़ाई लड़ी है, बड़ा लंबा संताप भोगिया है, और इस डेरा मुखी नू जिस अंजाम तक पहुंचाया गया है इन्हां दा भी बड़ा वड्डा योगदान है। तो अज जो रणजीत सिंह का जिहड़ा कतल कांड होया उहदे च जिहड़ी उन्हां नूं उम्र कैद हुई, तो मैं उस विषय ते नाल गलबात करन लगा। मेरे नाल लाइन ते ने अंशुल हो रही इस वेले। अंशुल, तुहाडा स्वागत करदे हां जी। धन्यवाद। अंशुल, मैनू पता है तुसी अपने पिता नूं गवाया, और जो तुहाडे पिता जी ने टैरर देखिया, फिर उस तो बाद तुसी टैरर देखिया, पर तुसी हिम्मत नहीं हारी, इस केस नूं अगे लैके तुसी चलदे रहे हो। और हौली हौली देखो उही गल होई, सच सामने आना शुरू होया। और ये जिहड़ा डेरा मुखी जिहदे बारे कहा जाता सी कि उत्थे अंदर चिड़ी नहीं फड़क सकती, मक्खी तक नहीं अंदर जा सकती, इन्ना डर है, इन्ना टैरर है, इन्ना उहदा कंट्रोल है, अज वो एक तो बाद एक केस दे विच दोषी साबित हो रहा है। जी बिल्कुल, असी स्वागत करते हैं अदालत, मानयोग अदालत के इस फैसले का। इस तो पहला 2-3 मामलों के विच गुरमीत राम रहीम नूं सजा हो चुकी है, जिहदे विच एक साधवी यौन शोषण का मामला सी, जिहदे विच 2 अड्डो-अड्ड साधवियां दे बयानां ते 2 अड्डो-अड्ड सजावां सुनाईयां गईयां 10-10 साल दियां। उस तो बाद साडे पिता पत्रकार रामचंद्र छत्रपति, उन्हां दा कतल होया सी 2002 दे विच जी। उन्हां दे कतल केस दे विच भी उम्र कैद दी सजा सुनाई गई सी जनवरी 2019 नूं। ते अज जिहड़ा फैसला आया है सॉरी, ये रणजीत सिंह मर्डर केस आ, ਇਹਦੇ मैं तुहानूं थोड़ी जी डिटेल दस देवां जी। ये मामला भी 2002 ਦਾ ही है, ਜਦੋਂ ਸਾਧਵੀ ਦੀ ਚਿੱਠੀ ਆਈ ਸੀ। ਇਹ ਉਸ ਸਮੇਂ ਦਾ ਮਾਮਲਾ, ਮਈ 2002 ਵਿੱਚ ਇੱਕ ਸਾਧਵੀ ਦਾ ਗੁੰਮਨਾਮ ਪੱਤਰ ਸੀ। ਉਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਭੇਜਿਆ ਗਿਆ, ਜਿਹਦੀ ਕਾਪੀ ਜਿਹੜੀ ਹੈ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਭੇਜੀ ਗਈ ਸੀ, ਜਿਹਦੇ ਤੇ ਮਾਨਯੋਗ ਹਾਈ ਕੋਰਟ ਨੇ ਸੂਓ ਮੋਟੋ ਲੈ ਕੇ CBI ਇਨਵੈਸਟੀਗੇਸ਼ਨ ਦੇ ਆਰਡਰ ਕੀਤੇ ਸੀ। ਤਾਂ ਉਸੇ ਚਿੱਠੀ ਤੋਂ ਇਹ ਕਰੀਬ ਇਹ ਸਾਰਾ ਮਾਮਲਾ ਜਿਹੜਾ ਹੈ ਸ਼ੁਰੂਆਤ ਹੋਈ ਸੀ ਮਈ 2002 ਦੇ ਵਿੱਚ। ਸਾਡੇ ਪਿਤਾ ਨੇ ਉਸ ਚਿੱਠੀ ਦੇ ਰਿਗਾਰਡਿੰਗ ਇੱਕ ਸਟੋਰੀ ਜਿਹੜੀ ਹੈ ਉਹ ਪਬਲਿਸ਼ ਕੀਤੀ ਸੀਗੀ 30 ਮਈ 2002 ਨੂੰ। ਔਰ ਉਸ ਤੋਂ ਬਾਅਦ ਜੁਲਾਈ 2002 ਦੇ ਵਿੱਚ ਰਣਜੀਤ ਸਿੰਘ ਦਾ ਮਰਡਰ ਹੋਇਆ 10 ਜੁਲਾਈ 2002 ਨੂੰ, ਜਿਹਦੇ ਪਿੱਛੇ ਕੀ ਸਭ ਤੋਂ ਵੱਡੀ ਵਜ੍ਹਾ ਉਹੀ ਚਿੱਠੀ ਬਣੀ, ਕਿਉਂਕਿ ਰਣਜੀਤ ਸਿੰਘ ਦੀ ਸਿਸਟਰ ਜਿਹੜੀ ਸੀ ਉਹ ਵੀ ਡੇਰੇ ਦੇ ਵਿੱਚ ਸਾਧਵੀ ਸੀ, ਉਹਦਾ ਪਰਿਵਾਰ ਇੱਥੇ, ਉਹਦੇ ਬੱਚੇ ਵੀ ਇੱਥੇ ਰਹਿ ਰਹੇ ਸੀ। ਤੇ ਜਦੋਂ ਰਣਜੀਤ ਸਿੰਘ ਦੀ ਸਿਸਟਰ ਨੇ ਖੁਲਾਸਾ ਕੀਤਾ ਰਣਜੀਤ ਸਿੰਘ ਸਾਹਮਣੇ ਕਿ ਮੇਰੇ ਨਾਲ ਡੇਰੇ ਦੇ ਵਿੱਚ ਸੌਦਾ ਸਾਹਿਬ ਨੇ ਕਿਸ ਤਰੀਕੇ ਨਾਲ ਜਬਰ ਜਨਾਹ ਕੀਤਾ ਹੈ, ਔਰ ਹੋਰ ਵੀ ਡੇਰੇ 'ਚ ਜਿਹੜੀਆਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਸਾਧਵੀ ਬਣ ਕੇ ਰਹਿ ਰਹੀਆਂ ਨੇ, ਉਹਨਾਂ ਦੇ ਨਾਲ ਵੀ ਇਸੇ ਤਰੀਕੇ ਨਾਲ ਜਬਰ ਜਨਾਹ ਹੋ ਰਿਹਾ ਹੈ ਡੇਰੇ ਦੇ ਅੰਦਰ। ਔਰ ਗੁਰਮੀਤ ਰਾਮ ਰਹੀਮ ਦੀ ਜਿਹੜੀ ਤਸਵੀਰ ਲੋਕਾਂ ਸਾਹਮਣੇ ਹੈ ਉਹ ਅਸਲ ਨਹੀਂ ਹੈ। ਅਸਲ ਵਿੱਚ ਉਹਦਾ ਚਿਹਰਾ ਇੱਕ ਬਹੁਤ ਵੱਡੇ ਕੁਕਰਮੀ ਦਾ, ਬਹੁਤ ਵੱਡੇ ਕ੍ਰਿਮੀਨਲ ਦਾ ਹੈ, ਜਿਹੜਾ ਜਦੋਂ ਰਣਜੀਤ ਸਿੰਘ ਦੀ ਸਿਸਟਰ ਨੇ ਖੁਲਾਸਾ ਕੀਤਾ ਤਾਂ ਰਣਜੀਤ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਡੇਰਾ ਚੋਂ ਪਲਾਇਨ ਕਰਕੇ ਚਲੇ ਗਿਆ ਆਪਣੇ ਪਿੰਡ, ਜਿਹੜਾ ਕਿ ਹਰਿਆਣੇ ਦੇ ਕੁਰੂਕਸ਼ੇਤਰ ਖਾਨਪੁਰ ਕੋਹਲੀਆਂ ਦੇ ਰਹਿਣ ਵਾਲੇ ਸਨ ਰਣਜੀਤ ਸਿੰਘ ਹੋਰੀ। ਤਾਂ ਇਹ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਰਣਜੀਤ ਸਿੰਘ ਨੂੰ ਧਮਕੀਆਂ ਆਉਣ ਲੱਗ ਗਈਆਂ। ਉਹਨੂੰ ਕਿਹਾ ਗਿਆ ਕਿ ਤੂੰ ਡੇਰੇ 'ਚ ਆ ਕੇ ਮਾਫੀ ਮੰਗ ਲੈ। ਜਦੋਂ ਉਹ ਡੇਰੇ 'ਚ ਨਹੀਂ ਆਇਆ ਤਾਂ 10 ਜੁਲਾਈ 2002 ਨੂੰ ਰਣਜੀਤ ਸਿੰਘ ਦਾ ਮਰਡਰ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਜਿਹੜਾ ਹੈ ਇਹ ਚੱਲਦਾ ਰਿਹਾ। ਸਾਡੇ ਪਿਤਾ ਨੂੰ ਵੀ ਧਮਕਾਉਂਦੇ ਰਹੇ ਲੋਕ, ਧਮਕੀਆਂ ਵੀ ਦਿੱਤੀਆਂ, ਲਾਲਚ ਵੀ ਦਿੱਤੇ, ਝੂਠੇ ਕੇਸ ਵੀ ਪਵਾਏ।
ਔਰ ਫਿਰ ਵੀ ਸਾਡੇ ਫਾਦਰ ਜਿਹੜੇ ਤੇ ਉਹ ਲਗਾਤਾਰ ਆਪਣੇ ਅਖਬਾਰ ਦੇ ਰਾਹੀਂ ਡੇਰਾ ਸੱਚਾ ਸੌਦਾ ਮੁਖੀ ਨੂੰ ਐਕਸਪੋਜ਼ ਕਰਦੇ ਰਹੇ ਲਗਾਤਾਰ। ਔਰ ਅਲਟੀਮੇਟਲੀ 24 ਅਕਤੂਬਰ 2002 ਨੂੰ ਸਾਡੇ ਫਾਦਰ ਨੂੰ ਵੀ ਘਰ ਦੇ ਬਾਹਰ 5 ਗੋਲੀਆਂ ਮਰਵਾਈਆਂ ਗਈਆਂ। 28 ਦਿਨ ਤੱਕ ਉਹ ਹਸਪਿਟਲਾਈਜ਼ਡ ਰਹੇ। 21 ਨਵੰਬਰ 2002 ਨੂੰ ਉਹਨਾਂ ਦੀ ਡੈਥ ਹੋ ਗਈ। ਔਰ ਅਸੀਂ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਪੁਲਿਸ ਨੇ ਜਿਹੜੀ ਹੈ ਉਹ ਸਰਕਾਰ ਦੇ ਨਾਲ, ਸੱਤਾ ਦੇ ਨਾਲ, ਸਿਸਟਮ ਦੇ ਨਾਲ ਜਿਸ ਤਰੀਕੇ ਦਾ ਗੁਰਮੀਤ ਰਾਮ ਰਹੀਮ ਦਾ ਘਾਲਮੇਲ ਰਿਹਾ, ਉਹ ਇਸ ਕਰਕੇ ਪੁਲਿਸ ਨੇ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਡੇਰਾ ਮੁਖੀ ਦੇ ਖਿਲਾਫ ਨਹੀਂ ਕੀਤੀ, ਜਿਸ ਵਜ੍ਹਾ ਕਰਕੇ ਸਾਨੂੰ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਅਸੀਂ CBI ਜਾਂਚ ਦੀ ਮੰਗ ਕੀਤੀ। ਇਸੇ ਦੌਰਾਨ ਕਿਉਂਕਿ ਰਣਜੀਤ ਸਿੰਘ ਮਰਡਰ ਕੇਸ ਜਿਹੜਾ ਹੈ ਉਹ ਬਿਲਕੁਲ ਦਬ ਗਿਆ ਸੀ, ਉਹਨਾਂ ਦੀ ਆਵਾਜ਼ ਕਿਸੇ ਨੇ ਸੁਣੀ, ਪੁਲਿਸ ਨੇ ਵੀ ਇਨਵੈਸਟੀਗੇਸ਼ਨ ਨਹੀਂ ਕੀਤੀ ਸੁਚੱਜੇ ਢੰਗ ਨਾਲ, ਉਹ ਮਾਮਲਾ ਦਬਾ ਦਿੱਤਾ ਗਿਆ। ਜਦੋਂ ਸਾਡਾ ਮਾਮਲਾ ਸਾਡੇ ਫਾਦਰ ਸਾਹਿਬ ਦਾ ਦੇ ਉੱਪਰ ਅਟੈਕ ਹੋਇਆ, ਮੀਡੀਆ ਦੇ ਵਿੱਚ ਮਾਮਲਾ ਹਾਈਲਾਈਟ ਹੋਇਆ, ਤਾਂ ਰਣਜੀਤ ਸਿੰਘ ਦੇ ਫਾਦਰ ਚੌਧਰੀ ਜੋਗਿੰਦਰ ਸਿੰਘ, ਉਹਨਾਂ ਨੂੰ ਵੀ ਥੋੜਾ ਜਿਹਾ ਬਲ ਮਿਲਿਆ, ਉਹ ਮੀਡੀਆ ਦੇ ਵਿੱਚ ਮੁਖਾਤਬ ਹੋਏ। ਉਸ ਤੋਂ ਬਾਅਦ ਉਹਨਾਂ ਵੀ ਹਾਈ ਕੋਰਟ ਦੀ ਸ਼ਰਨ ਲਈ, ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ CBI ਜਾਂਚ ਦੀ ਮੰਗ ਦੇ ਲਈ। ਤਾਂ ਮਾਨਯੋਗ ਹਾਈ ਕੋਰਟ ਨੇ ਸਾਡੇ ਵਾਲੇ ਮਾਮਲੇ ਨੂੰ, ਸਾਡੀ ਪਟੀਸ਼ਨ ਨੂੰ ਔਰ ਰਣਜੀਤ ਸਿੰਘ ਦੇ ਪਿਤਾ ਦੀ ਪਟੀਸ਼ਨ ਨੂੰ, ਦੋਨਾਂ ਨੂੰ ਕਲੱਬ ਕਰਕੇ ਸੁਣਿਆ। ਔਰ 10 ਨਵੰਬਰ 2003 ਨੂੰ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ CBI ਇਨਵੈਸਟੀਗੇਸ਼ਨ ਦੇ ਆਰਡਰ ਕਰ ਦਿੱਤੇ। ਇਸ ਤੋਂ ਬਾਅਦ ਇਹ ਮਾਮਲਾ ਸਾਡੀ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਵਿੱਚ ਚੈਲੰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਫਿਰ ਹਾਈ ਕੋਰਟ ਦੇ ਆਦੇਸ਼ਾਂ ਤੇ ਸਟੇ ਆਰਡਰ ਦਿੱਤਾ, ਜਿਸ ਵਜ੍ਹਾ ਕਰਕੇ ਕਰੀਬ 1 ਸਾਲ ਤੱਕ ਸਾਨੂੰ ਸੁਪਰੀਮ ਕੋਰਟ ਵੀ ਝਗੜਨਾ ਪਿਆ ਕੇਸ। ਔਰ ਉਸ ਤੋਂ ਬਾਅਦ ਸਾਡੀ ਜਿੱਤ ਹੋਈ, ਸਾਡੇ ਪੱਖ ਦੇ ਵਿੱਚ ਨਿਰਣਾ ਆਇਆ ਔਰ CBI ਨੇ ਇੱਕ ਬੜੀ ਲੰਮੀ ਜਾਂਚ ਕੀਤੀ, ਜਿਸ ਤੋਂ ਬਾਅਦ ਉਸ ਜਾਂਚ ਦਾ ਸਿੱਟਾ ਇਹ ਨਿਕਲਿਆ ਕਿ 31 ਜੁਲਾਈ 2007 ਨੂੰ CBI ਨੇ 3 ਮੁਕੱਦਮਿਆਂ ਦੇ ਵਿੱਚ ਸੌਦਾ ਸਾਹਿਬ ਦੇ ਖਿਲਾਫ ਜਿਹੜੀ ਆਪਣੀ ਜਾਂਚ ਰਿਪੋਰਟ ਹੈ ਉਹ ਦਾਖਲ ਕੀਤੀ CBI ਕੋਰਟ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ CBI ਨੇ ਕਿਹਾ ਕਿ ਛਤਰਪਤੀ ਮਰਡਰ ਕੇਸ ਔਰ ਰਣਜੀਤ ਮਰਡਰ ਕੇਸ, ਇਹਨਾਂ ਦੋਵਾਂ ਦਾ ਮੁੱਖ ਜਿਹੜਾ ਸੂਤਰਧਾਰ ਹੈ ਉਹ ਗੁਰਮੀਤ ਰਾਮ ਰਹੀਮ ਹੈ। ਔਰ ਜਿਹੜਾ ਸਾਧਵੀ ਜਬਰ ਜਨਾਹ ਵਾਲਾ ਕੇਸ ਸੀਗਾ, ਯੌਨ ਸ਼ੋਸ਼ਣ ਵਾਲਾ ਜਿਹੜਾ ਮਾਮਲਾ ਸੀ, ਉਹਦੇ ਵਿੱਚ ਵੀ CBI ਨੇ ਚਾਰਜਸ਼ੀਟ ਫਾਈਲ ਕੀਤੀ, ਕੁੜੀਆਂ ਨੂੰ ਗਵਾਹ ਬਣਾਇਆ। ਲੇਕਿਨ ਇੱਕ ਬੜਾ ਟੈਰਰ ਦਾ ਮਾਹੌਲ ਸੀ, ਗਵਾਹਾਂ ਦੇ ਉੱਪਰ ਵੀ ਦਬਾਅ ਸੀ, ਥ੍ਰੈਟ ਸੀਗਾ। ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਸੀ ਜਿਨ੍ਹਾਂ ਨੇ CBI ਨੂੰ ਆ ਕੇ ਕਿਹਾ ਸੀ ਕਿ ਡੇਰੇ ਦੇ ਅੰਦਰ ਇਸ ਤਰ੍ਹਾਂ ਦੀਆਂ ਕਰਤੂਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲੇਕਿਨ ਇਸ ਦਬਾਅ ਹੇਠ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਨੇ ਉਹ ਅਦਾਲਤ ਦੇ ਸਾਹਮਣੇ ਆ ਕੇ ਆਪਣੇ ਬਿਆਨ ਦਰਜ ਨਹੀਂ ਕਰਵਾ ਪਾਈਆਂ। ਸਿਰਫ 2 ਕੁੜੀਆਂ ਨੇ ਆਪਣੇ ਬਿਆਨ ਦਰਜ ਕਰਵਾਏ ਔਰ ਉਹਨਾਂ ਮੁਕੱਦਮਿਆਂ ਦੇ ਵਿੱਚ ਕਈ ਸਾਲ ਤੱਕ ਜਿਹੜਾ ਹੈ ਟਰਾਇਲ ਚੱਲਦਾ ਰਿਹਾ, ਕਿਉਂਕਿ ਇੱਕ ਬੜੇ ਵੱਡੇ ਸਾਮਰਾਜ ਦਾ ਮਾਲਕ ਸੀ ਗੁਰਮੀਤ ਰਾਮ ਰਹੀਮ। ਉਹਨੇ ਜਿਸ ਤਰੀਕੇ ਨਾਲ ਸਾਰੇ ਸਿਸਟਮ ਨੂੰ ਹਾਈਜੈਕ ਕਰ ਰੱਖਿਆ ਸੀ ਤੇ ਸਾਰੇ ਜਿੰਨੇ ਵੀ ਸਾਡੇ ਮਤਲਬ ਸਿਆਸਤਦਾਨ ਨੇ ਇਹ ਸਾਰੇ ਉੱਥੇ ਗੋਡੇ ਟੇਕਦੇ ਸੀ, ਜਿਸ ਵਜ੍ਹਾ ਕਰਕੇ ਲਗਾਤਾਰ ਇਹ ਮਾਮਲੇ ਜਿਹੜੇ ਹੈ ਕਿਸੇ ਨਾ ਕਿਸੇ ਦਬਾਅ ਹੇਠ, ਕਿਸੇ ਨਾ ਕਿਸੇ ਪ੍ਰੈਸ਼ਰ ਹੇਠ ਇਹਦੇ ਵਿੱਚ ਲੇਟ ਲਤੀਫੀ ਹੁੰਦੀ ਰਹੀ ਔਰ ਅਦਾਲਤਾਂ ਦੇ ਵਿੱਚ ਪੈਂਡਿੰਗ ਚੱਲਦੇ ਰਹੇ ਔਰ ਬੜਾ ਲੰਮਾ ਸਮਾਂ ਲੱਗਿਆ ਟਰਾਇਲ ਦੇ ਵਿੱਚ। ਅਖੀਰਕਾਰ 25 ਅਗਸਤ 2017 ਨੂੰ ਉਹ ਦਿਨ ਆਇਆ ਜਦੋਂ ਪਹਿਲਾ ਫੈਸਲਾ ਜਿਹੜਾ ਹੈ ਗੁਰਮੀਤ ਰਾਮ ਰਹੀਮ ਦੇ ਖਿਲਾਫ ਸੁਣਾਇਆ ਗਿਆ, ਜਿਹਦੇ ਵਿੱਚ ਸਾਧਵੀ ਬਲਾਤਕਾਰ ਦਾ ਜਿਹੜਾ ਮਾਮਲਾ ਸੀ ਉਹਦੇ ਵਿੱਚ ਉਹਨੂੰ ਸਜ਼ਾ ਸੁਣਾਈ। ਸਾਰੇ ਵਰਲਡ ਨੇ ਵੇਖਿਆ, ਸਾਰੇ ਦੇਸ਼ ਨੇ ਵੇਖਿਆ ਕਿ ਕਿਸ ਤਰੀਕੇ ਨਾਲ ਉਸ ਦਿਨ ਪੰਚਕੂਲੇ, ਸਰਸੇ, ਹਰਿਆਣੇ, ਪੰਜਾਬ ਤੇ ਕਈ ਸਟੇਟਾਂ ਦੇ ਵਿੱਚ ਦੰਗੇ ਫੈਲ ਗਏ ਔਰ ਗੁਰਮੀਤ ਰਾਮ ਰਹੀਮ ਦਾ ਜਿਹੜਾ ਅਸਲੀ ਚਿਹਰਾ ਹੈ ਉਹ ਲੋਕਾਂ ਦੇ ਸਾਹਮਣੇ ਆ ਗਿਆ ਕਿ ਉਹਦੇ ਚੇਲਿਆਂ ਨੇ ਕਿਸ ਤਰੀਕੇ ਨਾਲ ਗੰਦ ਪਾਇਆ, ਹਿੰਸਾ ਫੈਲਾਈ ਤੇ ਨੰਗਾ ਨਾਚ ਖੇਡਿਆ। ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਸਾਰੇ ਮਾਮਲੇ ਨੂੰ ਸੁਣਦਿਆਂ ਹੋਇਆ ਸਰਕਾਰ ਨੂੰ ਲਤਾੜ ਲਾਈ ਔਰ ਆਖਿਆ ਕਿ ਤੁਸੀਂ ਜੇ ਲਾਅ ਐਂਡ ਆਰਡਰ ਨੂੰ ਮੇਨਟੇਨ ਨਹੀਂ ਰੱਖ ਸਕਦੇ ਤਾਂ ਫਿਰ ਅਸੀਂ ਆਰਮੀ ਨੂੰ ਡਿਪਲੋਏ ਕਰਾਂਗੇ। ਤਾਂ ਇਹਦੇ ਬਾਅਦ ਸਰਕਾਰ ਦੇ ਉੱਪਰ ਇੱਕ ਪ੍ਰੈਸ਼ਰ ਸੀ ਔਰ ਉਹਨਾਂ ਨੂੰ ਆਰਮੀ ਡਿਪਲੋਏ ਕਰਨੀ ਪਈ, ਫੋਰਸਿਸ ਲਾਉਣੀਆਂ ਪਈਆਂ, ਸੈਂਟਰਲ ਫੋਰਸਿਸ ਤੋਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ, ਕਰੀਬ 40 ਬੰਦਿਆਂ ਦੀ ਜਾਨ ਚਲੀ ਗਈ।
ਇਹ ਸਾਰਾ ਜਿਹੜਾ ਘਟਨਾਕ੍ਰਮ ਵਾਪਰਿਆ, ਇਹ ਮਤਲਬ ਕਿਤੇ ਨਾ ਕਿਤੇ ਇੱਕ ਬੜਾ ਵੱਡਾ ਮੈਂ ਕਹਾਂ ਕਿ ਜਿਹੜਾ ਇਹ ਸਾਮਰਾਜ ਖੜਾ ਕੀਤਾ ਸੀ ਗੁਰਮੀਤ ਰਾਮ ਰਹੀਮ ਨੇ, ਇਹ ਲਗਾਤਾਰ ਜਿਸ ਤਰੀਕੇ ਦੀ ਖੁੱਲੀ ਛੋਟ ਦੇ ਰੱਖੀ ਸੀ ਪ੍ਰਸ਼ਾਸਨ ਨੇ ਵੀ ਤੇ ਸਾਡੀਆਂ ਸਰਕਾਰਾਂ ਨੇ ਵੀ, ਕਿਉਂਕਿ ਜਿਸ ਵੀ ਤਰ੍ਹਾਂ ਦੀਆਂ ਘਟਨਾਵਾਂ ਪਿੱਛੇ ਵਾਪਰਦੀਆਂ ਰਹੀਆਂ ਕਈ ਸਾਲਾਂ ਤੱਕ, ਤਾਂ ਕਿਤੇ ਵੀ ਕਾਨੂੰਨ ਦਾ ਡਰ ਜਿਹੜਾ ਹੈ ਉਹ ਗੁਰਮੀਤ ਰਾਮ ਰਹੀਮ ਜਾਂ ਉਹਦੇ ਚੇਲਿਆਂ ਨੂੰ ਨਹੀਂ ਦਿਖਾਇਆ ਗਿਆ। ਉਹਨਾਂ ਦੇ ਖਿਲਾਫ ਕਦੇ ਵੀ ਕੋਈ ਕਾਰਵਾਈ, ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਜਿਸ ਵਜ੍ਹਾ ਕਰਕੇ ਉਹਨਾਂ ਨੂੰ ਇੰਨੀ ਖੁੱਲ੍ਹ ਮਿਲੀ ਹੋਈ ਸੀ ਕਿ ਉਹਨਾਂ ਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ। ਔਰ ਮੈਂ ਅੱਜ ਚਲੋ ਅਸੀਂ ਇੱਕ ਇਸ ਨਤੀਜੇ ਤੇ ਪਹੁੰਚੇ ਕਿ ਅਦਾਲਤ ਨੇ ਇੱਕ ਚੰਗੇ ਫੈਸਲੇ ਸੁਣਾਏ, ਜਿਸ ਵਜ੍ਹਾ ਕਰਕੇ ਗੁਰਮੀਤ ਰਾਮ ਰਹੀਮ ਜਿਹੜਾ ਅੱਜ ਸਨਾਰੀਆ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ। ਅਸੀਂ ਬਿਲਕੁਲ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅਦਾਲਤ ਦਾ ਕਿ ਅਦਾਲਤ ਨੇ ਸਾਬਤ ਕੀਤਾ ਕਿ ਹਿੰਦੁਸਤਾਨ ਦੀਆਂ ਅਦਾਲਤਾਂ ਜਿਹੜੀਆਂ ਉਹ ਇੰਨੀਆਂ ਕਮਜ਼ੋਰ ਨਹੀਂ ਹਨ ਕਿ ਇਹੋ ਜਿਹੇ ਜਿਹੜੇ ਅਧਰਮੀ ਨੇ, ਕੁਕਰਮੀ ਨੇ, ਉਹਨਾਂ ਨੂੰ ਜ਼ੰਜੀਰਾਂ ਵਿੱਚ ਨਾ ਜਕੜ ਸਕਣ। ਬਿਲਕੁਲ ਇਹ ਸ਼ਲਾਘਾਯੋਗ ਫੈਸਲਾ। ਥੈਂਕ ਯੂ ਅੰਸ਼ੁਲ। ਬੜੇ ਲੰਬੀ ਸਟੋਰੀ ਹੈ, ਇਹਨੂੰ ਮੇਰੇ ਖਿਆਲ ਕਈ ਹਫ਼ਤੇ ਤੁਸੀਂ ਲਿਖਦੇ ਰਹੋ ਤਾਂ ਵੀ ਪੂਰੀ ਨਾ ਹੋਵੇ, ਪਰ ਤੁਸੀਂ ਚੰਦ ਸ਼ਬਦਾਂ ਦੇ ਵਿੱਚ ਆਪਣੇ ਦਿਲ ਦਾ ਦਰਦ, ਆਪਣੇ ਪਰਿਵਾਰ ਦਾ ਦਰਦ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਪੱਤਰਕਾਰ ਤੁਸੀਂ ਹੋ, ਮੈਂ ਸਮਝ ਸਕਦਾ ਤੁਹਾਡੀਆਂ ਭਾਵਨਾਵਾਂ ਨੂੰ। ਇੱਕ ਪਿੱਛੇ ਜਿਹੀ ਸੀਰੀਅਲ ਵੀ ਬਣਿਆ ਸੀ ਆਸ਼ਰਮ, ਕਈ ਕਿਸ਼ਤਾਂ ਉਹਦੀਆਂ ਆਈਆਂ, ਮੈਂ ਬਹੁਤਾ ਤਾਂ ਨਹੀਂ ਦੇਖਿਆ ਪਰ ਮੈਨੂੰ ਪਤਾ ਲੱਗਾ ਹੈ ਕਿ ਬੜਾ ਇਹ ਜਿਹੜਾ ਸੀਰੀਅਲ ਹੈ ਬੜਾ ਡਿਟੇਲਡ ਸੀਗਾ, ਜੋ ਕੁਝ ਵੀ ਇਹਦੇ 'ਚ ਕੀ ਦੱਸਿਆ ਗਿਆ ਸੀਗਾ। ਪਰ ਐਸੇ ਲੋਕ ਇਸ ਧਰਤੀ ਉੱਤੇ ਰਾਖਸ਼ ਦਾਨਵ ਕਹਾਂਗਾ, ਜਿਹੜੇ ਇਹ ਪਰਮਾਤਮਾ ਬਣ ਕੇ ਆਪਣੇ ਆਪ ਦੇ ਵਿੱਚ ਰੱਬ ਦਾ ਰੂਪ ਬਣ ਕੇ ਆਉਂਦੇ ਆ, ਕਿਵੇਂ ਲੋਕਾਂ ਨੂੰ ਉਹਨਾਂ ਦੀ ਜਿਹੜੀ ਮਾਸੂਮੀਅਤ ਨੂੰ ਕੈਸ਼ ਕਰਦੇ ਆ। ਔਰ ਇਹ ਬੰਦਾ ਇੰਨਾ ਕੁ ਪਾਵਰਫੁਲ ਸੀ, ਕਦੀ ਲੱਗਦਾ ਨਹੀਂ ਸੀ, ਸੱਚੀ ਪੁੱਛੋ ਤੇ ਮੈਨੂੰ ਤੇ ਲੱਗਦਾ ਨਹੀਂ ਸੀ ਵੀ ਕਦੀ ਇਹ ਬੰਦਾ, ਇਹਨੂੰ ਕਦੀ ਸਜ਼ਾ ਮਿਲ ਪਾਏਗੀ। ਪਰ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਵੀ ਸ਼ੁਰੂਆਤ ਤੁਹਾਡੇ ਪਿਤਾ ਜੀ ਤੋਂ ਹੋਈ। ਸਭ ਤੋਂ ਪਹਿਲਾਂ ਜੇ ਕੋਈ ਖੜਿਆ ਉਹਨਾਂ ਦੇ ਖਿਲਾਫ ਤੁਹਾਡੇ ਪਿਤਾ ਜੀ ਸਨ, ਫਿਰ ਤੇ ਚਲੋ ਸਾਰੀਆਂ ਅਖਬਾਰਾਂ, ਸਾਰਾ ਮੀਡੀਆ ਇਕੱਠਾ ਹੋਇਆ ਬਾਅਦ ਚੋਂ, ਲੇਕਿਨ ਉਸ ਵੇਲੇ ਕੋਈ ਬੋਲਦਾ ਨਹੀਂ ਸੀ, ਡਰਦੇ ਸੀ ਲੋਕ ਉੱਥੇ। ਔਰ ਤੁਸੀਂ ਤਾਂ ਉੱਥੇ ਲੋਕਲ ਸੀਗੇ, ਮਤਲਬ ਸਮਝ ਸਕਦੇ ਆ ਵੀ ਤੁਸੀਂ ਕਿੰਨੇ ਕੁ ਡਰ ਥੱਲੇ ਤੁਹਾਡੇ ਪਿਤਾ ਜੀ ਉਸ ਵੇਲੇ ਹੋਣਗੇ। ਪਰ ਨਿਡਰ ਪੱਤਰਕਾਰ ਸੀਗੇ, ਨਾਮ ਛਤਰਪਤੀ ਐਵੇਂ ਨਹੀਂ ਸੀ ਉਹਨਾਂ ਦਾ, ਉਹ ਵਾਕਈ ਛਤਰਪਤੀ ਸਨ। ਔਰ ਜੋ ਉਹਨਾਂ ਨੇ ਕਰ ਦਿਖਾਇਆ ਹੈ, ਇਹ ਮਿਸਾਲ ਹੈ, ਮੇਰੇ ਖਿਆਲ ਦੇ ਵਿੱਚ ਰਹਿੰਦੀ ਦੁਨੀਆ ਤੱਕ ਮਿਸਾਲ ਰਹੇਗੀ ਕਿ ਏਡੇ ਵੱਡੇ ਇੱਕ ਰਾਖਸ਼ ਨੂੰ ਇਸ ਅੰਜਾਮ ਤੱਕ ਪਹੁੰਚਾਇਆ ਹੈ। ਅਜੇ ਹੋਰ ਵੀ ਕਈ ਕੇਸ ਚੱਲ ਰਹੇ ਨੇ ਔਰ ਇਹ ਅਜੇ ਛੁੱਟਿਆ ਨਹੀਂ। ਤੇ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਕੇਸ ਤੇ ਪੈ ਗਏ ਹੈ, ਜਿੰਨੀਆਂ ਨੂੰ ਸਜ਼ਾਵਾਂ ਮਿਲ ਗਈਆਂ, ਇਹ ਬੰਦਾ ਕਦੀ ਹੁਣ ਬਾਹਰ ਆਏਗਾ। ਔਰ ਹੋਰ ਔਰਤਾਂ ਨੂੰ, ਹੋਰ ਬੱਚੀਆਂ ਨੂੰ ਇਸ ਤਰ੍ਹਾਂ ਜਿਹੜਾ ਕੁਕਰਮ ਦਾ ਸ਼ਿਕਾਰ ਇਹਨੇ ਕਰਨਾ ਸੀ, ਪਤਾ ਨਹੀਂ ਕਿੰਨੀਆਂ ਹਜ਼ਾਰਾਂ ਸੈਂਕੜੇ ਬੱਚੀਆਂ ਬਚ ਗਈਆਂ। ਤੋ ਅੰਸ਼ੁਲ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਬੜੀ ਮਿਹਰਬਾਨੀ ਤੁਹਾਡੀ। ਤੁਹਾਡੇ ਨਾਲ ਫਿਰ ਜਲਦੀ ਜੁੜਿਆਂਗੇ ਕਿਸੇ ਵੇਲੇ। ਧੰਨਵਾਦ ਸਰ, ਧੰਨਵਾਦ। ਥੈਂਕ ਯੂ ਅੰਸ਼ੁਲ, ਥੈਂਕ ਯੂ ਸੋ ਮਚ।